ਕਿਸੇ ਬੜੇ ਵੱਡੇ ਵਿਦਵਾਨ ਨੇ ਗੱਲ ਕਹੀ ਹੈ ਕਿ ਜਦੋਂ ਸੱਚ ਬਾਹਰ ਆ ਰਿਹਾ ਹੁੰਦਾ ਤਾਂ ਝੂਠ ਪੂਰੀ ਦੁਨੀਆ ਦਾ ਚੱਕਰ ਲਗਾ ਕੇ ਆ ਜਾਂਦਾ ਹੈ। ਕਵੇ ਕਿ ਇਸ ਨੂੰ ਬੜੀ ਗੁਰੂ ਗ੍ਰੰਥ ਸਾਹਿਬ ਦੀ ਨੌਲੇਜ ਹੈ, ਇਹਨਾਂ ਨੇ ਤਾਂ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਕੀ ਗਲਤ ਇੰਟਰਪ੍ਰੀਟੇਸ਼ਨਾਂ ਕੀਤੀਆਂ ਕਿ ਇੱਕ ਐਟਮ ਅਨੂ ਦਾ ਆਉਂਦਾ ਹੈ ਵਰਡ, ਉਸ ਨੂੰ ਇਹਨਾਂ ਨੇ ਜਾ ਕੇ ਅਮਰੀਕਾ 'ਚ ਕਹਿਤਾ ਹੈ ਜੀ ਇਹ ਗੁਰੂ ਨਾਨਕ ਸਾਹਿਬ ਨੇ 500 ਸਾਲ ਪਹਿਲੇ ਐਟਮ ਬੰਬ ਦੀ ਗੱਲ ਕੀਤੀ ਸੀ ਉਹਨੂੰ ਦੀ, ਜਦਕਿ ਉਹਦਾ ਮਤਲਬ ਹੀ ਕੁਝ ਹੋਰ ਸੀ। ਜਿੱਥੋਂ ਤੱਕ ਤੁਸੀਂ ਗੁਰਦੁਆਰਾ ਕਮੇਟੀ ਦੀ ਗੱਲ ਕੀਤੀ ਹੈ, ਗੁਰਦੁਆਰਾ ਕਮੇਟੀ 'ਚ ਵੀ ਅਗਰ ਥੋੜ੍ਹੀ ਜਿਹੀ ਵੀ ਉਹਨਾਂ ਨੂੰ ਧਰਮ ਦਾ ਗਿਆਨ ਹੁੰਦਾ ਤੇ ਇਹੋ ਜਿਹੇ ਬੰਦਿਆਂ ਨੂੰ ਇਹੋ ਜਿਹੀਆਂ ਪੋਸਟਾਂ ਤੇ ਉਹ ਰੱਖਦੇ ਨਾ। ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਹਨਾਂ ਅੰਤਕ ਸੇਵਾਦਾਰ, ਉਹਨਾਂ ਦੇ ਸਾਥੀ ਜਿਨ੍ਹਾਂ ਨੇ ਇਸ ਸਥਾਨ ਦੇ ਉੱਤੇ ਬਹੁਤ ਵੱਡੀ ਸ਼ਹਾਦਤਾਂ ਦਿੱਤੀਆਂ, ਗੁਰੂ ਨੂੰ ਨਤਮਸਤਕ ਹੋ ਕੇ ਸੀ ਨਹੀਂ ਮੰਨੀ, ਕਿਸੇ ਜ਼ੁਲਮ ਦੇ ਸ਼ਿਕਾਰ ਨਹੀਂ ਹੋਏ। ਕਿ ਸ਼ਿੱਦਤ ਸਹੀ ਸੀ ਕਿ ਨਹੀਂ? ਨਹੀਂ ਸਹੀ, ਉਹਨਾਂ ਦੇ ਤਾਂ ਬੜਾ ਟੌਰਚਰ ਕੀਤਾ ਗਿਆ ਸੀ ਉਹਨਾਂ ਨੂੰ। ਕਾਲਕਾ ਜੀ ਦਾ ਵਰਡਿੰਗ ਆਇਆ ਕਿ ਉਹਨਾਂ ਨੂੰ ਕੋਈ ਜ਼ੁਲਮ ਦਾ ਸਾਹਮਣਾ ਨਹੀਂ ਕਰਨਾ ਪਿਆ। ਜ਼ੁਲਮ ਤਾਂ ਉਹਨਾਂ ਨਾਲ ਬਹੁਤ ਹੋਇਆ, ਜਦੋਂ ਉਹਨਾਂ ਨੂੰ ਜ਼ਿੰਦਾ ਹੀ ਉੱਥੇ ਜਲਾ ਦਿੱਤਾ ਗਿਆ ਹੈ ਜੀ। ਭਾਈ ਮਤੀ ਦਾਸ, ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਤੇ ਕਾਲਕਾ ਜੀ ਕਿਉਂ ਕਹਿ ਰਹੇ ਨੇ ਕਿ ਸ਼ਿੱਦਤ ਨਹੀਂ ਸਹਿਣੀ ਪਈ? ਮੈਂ ਹੁਣ ਇਸ ਬਾਰੇ ਕੀ ਜਵਾਬ ਦਿਆਂ, ਇਹਦਾ ਜਵਾਬ ਬੜਾ ਮਾਕੂਲ ਤਾਂ ਖੁਦ ਉਹ ਹੀ ਦੇਣਗੇ ਪ੍ਰਧਾਨ ਸਾਹਿਬ ਹੀ, ਪਰ ਇਹ ਤਾਂ ਇਤਿਹਾਸਕ ਤੌਰ ਤੇ ਬਿਲਕੁਲ ਠੀਕ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਉਹਨਾਂ ਤਿੰਨਾਂ ਨੂੰ ਸ਼ਹੀਦ ਕੀਤਾ ਗਿਆ। ਫਿਰ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੀਹੈਡਡ ਕੀਤਾ ਗਿਆ। ਜਦੋਂ ਵੀ ਤੁਸੀਂ ਪਬਲਿਕਲੀ ਗੱਲ ਕਰੋ, ਤੁਹਾਨੂੰ ਪੂਰੀ ਤਰ੍ਹਾਂ ਉਹਦਾ ਇਲਮ ਹੋਣਾ ਚਾਹੀਦਾ ਔਰ ਸਟੱਡੀ ਹੋਣੀ ਚਾਹੀਦੀ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਵੌਇਸ ਆਫ ਇੰਡੀਆ ਦੇ ਪ੍ਰੋਗਰਾਮ ਗੂੰਜਾਂ ਸਿੱਖ ਸਿਆਸਤ ਦੀਆਂ। ਸਿਆਸਤ ਉਸ ਵੇਲੇ ਹੋਰ ਗਰਮ ਹੋ ਗਈ ਜਦੋਂ ਤ੍ਰਿਲੋਚਨ ਸਿੰਘ ਜੀ ਨੇ ਬਿਆਨ ਦਿੱਤਾ ਕਿ ਆਨੰਦ ਮੈਰਿਜ ਐਕਟ ਤੇ ਹੋਰ ਵੀ ਕਈ ਸਿੱਖਾਂ ਦੇ ਕੰਮ 25 ਦਾ ਕੰਮ ਵੀ ਉਹਦੀ ਆਵਾਜ਼ ਵੀ ਤ੍ਰਿਲੋਚਨ ਸਿੰਘ ਨੇ ਚੱਕੀ ਸੀ। ਸਾਡੇ ਨਾਲ ਮੌਜੂਦ ਹੈਗੇ ਨੇ ਹਰਿੰਦਰਪਾਲ ਜੀ, ਜਿਹੜੇ ਕਾਫੀ ਟਾਈਮ ਤੋਂ ਸਿੱਖ ਸਮਾਜ ਦੇ ਉੱਤੇ ਆਪਣਾ ਕਹਿਣ ਵਿਚਾਰ ਰੱਖਦੇ ਨੇ। ਪੁੱਛਦੇ ਆ ਕਿ ਇਹ 25 ਤੇ ਆਨੰਦ ਮੈਰਿਜ ਐਕਟ, ਇਹਨਾਂ ਦੀ ਨੀਂਹ, ਇਹਨਾਂ ਦੀ ਆਵਾਜ਼ ਤੇ ਇਹਨਾਂ ਨੂੰ ਇੰਪਲੀਮੈਂਟ ਕਿੰਨੇ ਕਰਿਆ? ਕਿਉਂਕਿ 25 ਦੇ ਹਲੇ ਤੇ ਇੰਪਲੀਮੈਂਟ ਹੋਇਆ ਕੋਈ ਨਹੀਂ ਹੈਗਾ, ਤੇ ਆਨੰਦ ਮੈਰਿਜ ਐਕਟ ਜਿਹੜਾ ਇੰਪਲੀਮੈਂਟ ਹੋਇਆ ਉਹਦਾ ਕ੍ਰੈਡਿਟ ਹਰ ਬੰਦਾ ਲੈਣਾ ਚਾਹੁੰਦਾ ਹੈ। ਰੀਅਲ 'ਚ ਉਹ ਕੰਮ ਕਰਾਇਆ ਕਿੰਨੇ ਸੀ? ਤੁਸੀਂ ਇਹ ਜਿਹੜਾ ਸਵਾਲ ਕੀਤਾ ਹੈ ਬੜਾ ਹੀ ਅਹਿਮ ਸਵਾਲ ਹੈ, ਔਰ ਇਹ ਬੜੇ ਸਾਲਾਂ ਤੋਂ ਤ੍ਰਿਲੋਚਨ ਸਿੰਘ ਜੀ ਵਾਰ-ਵਾਰ ਇਹ ਗੱਲ ਕਹਿ ਰਹੇ ਨੇ। ਈਵਨ ਸਿੱਖ ਰਿਵਿਊ ਇੱਕ ਮੈਗਜ਼ੀਨ ਕਲਕੱਤਾ ਤੋਂ ਛਪਦਾ ਹੈ, ਉਹਦੇ 'ਚ ਇਹਨਾਂ ਇੱਕ ਆਰਟੀਕਲ ਵੀ ਲਿਖ ਦਿੱਤਾ ਔਰ ਛਪਿਆ ਵੀ ਕਿ ਧਾਰਾ 25 ਦੀ ਜਿਹੜੀ ਪਾਰਲੀਮੈਂਟ ਦੇ ਵਿੱਚ ਗੱਲ ਹੈ ਉਹ ਮੈਂ ਕੀਤੀ। ਮੈਂ ਉਦੋਂ ਵੀ ਜਵਾਬ ਦੇਣਾ ਚਾਹੁੰਦਾ ਸੀ, ਪਰ ਕੁਝ ਮੇਰੇ ਦੋਸਤਾਂ ਨੇ ਮੈਨੂੰ ਰੋਕਿਆ। ਹੁਣ ਵੀ ਜਦੋਂ ਇਹ ਖਾਲਸਾ ਕਾਲਜ ਦਾ 2-3 ਦਿਨ ਪਹਿਲੇ ਜਿਹੜੀ ਗੱਲ ਹੋਈ, ਉਹਦੇ ਵਿੱਚ ਉਹਨਾਂ ਨੇ ਕਿਹਾ, ਜਦੋਂ ਸਿੱਖ ਬੱਚਿਆਂ ਨੇ ਉਹਨਾਂ ਨੂੰ ਕੁਐਸਚਨ ਕੀਤੇ, ਸਵਾਲ ਕੀਤੇ, ਜਿਨ੍ਹਾਂ ਸਵਾਲਾਂ ਦੇ ਜਵਾਬ ਉਹਨਾਂ ਕੋਲ ਨਹੀਂ ਸੀ, ਤਾਂ ਉਹਨਾਂ ਨੂੰ ਕਲਿਪਸ ਕਰਨ ਲਈ ਜਿਹੜੀ ਗਲਤੀ ਕਰ ਬੈਠੇ ਉਸ ਗੱਲ ਨੂੰ ਠੀਕ ਕਰਨ ਲਈ ਕਹਿਣ ਲੱਗੇ ਕਿ ਆਨੰਦ ਮੈਰਿਜ ਐਕਟ ਕਿਸ ਨੇ ਪਾਸ ਕਰਵਾਇਆ, ਧਾਰਾ 25 ਕਿਸ ਨੇ ਪਾਰਲੀਮੈਂਟ ਦੇ ਵਿੱਚ ਗੱਲ ਕੀਤੀ? ਮੈਂ ਕੀਤੀ। ਉਸ ਲਈ ਮੈਂ ਸਭ ਤੋਂ ਪਹਿਲੇ ਤਾਂ ਇਹ ਕਹਾਂਗਾ ਕਿ ਕਿਸੇ ਬੜੇ ਵੱਡੇ ਵਿਦਵਾਨ ਨੇ ਗੱਲ ਕਹੀ ਹੈ ਕਿ ਜਦੋਂ ਸੱਚ ਬਾਹਰ ਆ ਰਿਹਾ ਹੁੰਦਾ ਤਾਂ ਝੂਠ ਪੂਰੀ ਦੁਨੀਆ ਦਾ ਚੱਕਰ ਲਗਾ ਕੇ ਆ ਜਾਂਦਾ ਹੈ, ਤੇ ਸੱਚ ਅਜੇ ਉਦੋਂ ਤੱਕ ਬਾਹਰ ਆਇਆ ਵੀ ਨਹੀਂ ਹੁੰਦਾ ਪੂਰਾ। ਤਾਂ ਇਹ ਜਿਹੜਾ ਝੂਠ ਇਹਨਾਂ ਨੇ ਬੋਲਿਆ ਆਨੰਦ ਮੈਰਿਜ ਐਕਟ ਦੀ ਗੱਲ, ਤਾਂ ਸਰ ਹਰਵਿੰਦਰ ਸਿੰਘ ਸਰਨਾ ਨੇ ਉਹਦਾ ਜਵਾਬ ਦਿੱਤਾ, ਬੜਾ ਮਾਕੂਲ ਜਵਾਬ ਦਿੱਤਾ। ਔਰ ਜਿਹੜੀ ਧਾਰਾ 25 ਦੀ ਗੱਲ ਹੈ, ਆਰਟੀਕਲ 25, ਪਹਿਲੇ ਤਾਂ ਅਸੀਂ ਇਹ ਸਮਝੀਏ ਵੀ ਆਰਟੀਕਲ 25 ਦੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਇਹ ਲਿਖਿਆ ਹੈ ਕਿ ਜਿਹੜੇ ਹਿੰਦੂ ਵਰਡ ਲਿਖਿਆ ਉਹਦੇ ਵਿੱਚ ਉਹ ਇਹ ਕਹਿੰਦੇ ਨੇ ਕਿ ਜਿਹੜੇ ਜੈਨ, ਬੁੱਧਿਸਟ ਐਂਡ ਸਿੱਖ, ਇਹਨਾਂ ਦਾ ਅਰਥ ਜਿਹੜਾ ਇਹਨਾਂ ਨੂੰ ਹਿੰਦੂਇਜ਼ਮ ਦੇ ਨਾਲ ਹੀ ਸਮਝਿਆ ਜਾਵੇ। ਇਹ ਚਾਹੇ ਐਜ਼ ਪਰਸਨ ਹੋਏ, ਚਾਹੇ ਕੋਈ ਰਿਲੀਜੀਅਸ ਇੰਸਟੀਟਿਊਸ਼ਨਸ ਹੋਣ, ਉਹਦੇ ਵਿੱਚ ਵੀ ਇਸ ਨੂੰ ਸਮਝਿਆ ਜਾਵੇ ਕਿ ਇਹ ਹਿੰਦੂ ਨੇ। ਤਾਂ ਉਸ ਦੀ ਇਹ ਗੱਲ ਬੜੀ ਚਿਰਾਂ ਤੋਂ ਇਸ ਗੱਲ ਦੀ ਬੜੀ ਕੰਟਰੋਵਰਸੀ ਹੋ ਰਹੀ ਸੀ, ਸਿੱਖਾਂ ਦੀ ਮੰਗ ਸੀ। ਜਦੋਂ ਅਕਾਲੀ ਮੋਰਚੇ ਲੱਗੇ ਉਦੋਂ ਵੀ ਇਹ ਇੱਕ ਬੜੀਆਂ ਮੰਗਾਂ ਦੇ ਵਿੱਚ ਇੱਕ ਮੰਗ ਸੀ ਕਿ ਜਿਹੜੀ
धारा 25 है ਉਹਦੇ ਵਿੱਚ ਚੇਂਜ ਲਿਆਂਦਾ ਜਾਵੇ। ਤਾਂ ਅਟਲ ਬਿਹਾਰੀ ਵਾਜਪੇਈ ਜੀ ਜਦੋਂ ਪ੍ਰਾਈਮ ਮਿਨਿਸਟਰ ਸੀ, ਇਹ 2000 ਦੀ ਗੱਲ ਹੈ, ਉਹਨਾਂ ਨੇ ਇੱਕ ਕਨਸਟੀਟਿਊਸ਼ਨ ਰਿਵਿਊ ਕਮੇਟੀ ਬਣਾਈ 22 ਫਰਵਰੀ 2000 ਨੂੰ, ਔਰ ਉਸ ਨੂੰ NCRWC ਜਿਹੜੀ ਹੈ ਉਹ ਕਮੇਟੀ ਕਿਹਾ ਗਿਆ। NCRWC ਦਾ ਮਤਲਬ ਹੁੰਦਾ ਦਾ ਨੈਸ਼ਨਲ ਕਮਿਸ਼ਨ ਆਫ ਰਿਵਿਊ ਦ ਵਰਕਿੰਗ ਆਫ ਕਨਸਟੀਟਿਊਸ਼ਨ, ਔਰ ਉਸ ਦੇ ਜਿਹੜੇ ਚੇਅਰਮੈਨ ਬਣਾਏ ਗਏ ਹੈਡ ਉਹ ਜਸਟਿਸ ਨਾਰਾਇਣਾ ਰਾਓ ਵੈਂਕਟਚਲਿਆ। ਇਹ ਗਵਰਨਮੈਂਟ ਆਫ ਇੰਡੀਆ ਦੇ ਹਿਊਮਨ ਰਾਈਟਸ ਦੇ ਵੀ ਚੇਅਰਮੈਨ ਸੀ ਔਰ ਚੀਫ ਜਸਟਿਸ ਆਫ ਇੰਡੀਆ ਰਹਿ ਚੁੱਕੇ ਸੀ। ਉਹਨਾਂ ਦੇ ਅੰਡਰ ਇੱਕ ਕਨਸਟੀਟਿਊਸ਼ਨ ਰਿਵਿਊ ਕਮੇਟੀ ਬਣਾਈ ਔਰ 1 ਸਾਲ ਦਾ ਸਮਾਂ ਦਿੱਤਾ। ਉਹਦੇ ਸਿਰਫ ਧਾਰਾ 25 ਨਹੀਂ, ਹੋਰ ਬੜੀਆਂ ਗੱਲਾਂ ਜਿਹੜੀਆਂ ਦੇਸ਼ ਦੇ ਵਿੱਚ ਕਨਸਟੀਟਿਊਸ਼ਨ ਨਾਲ ਰਿਲੇਟਡ ਸੀ ਉਹਦਾ ਤੇ ਰਿਵਿਊ ਕਰਨ ਲਈ ਇੱਕ ਕਮੇਟੀ ਬਣਾਈ ਔਰ 1 ਸਾਲ ਦਾ ਸਮਾਂ ਦਿੱਤਾ ਕਿ ਤੁਸੀਂ ਆਪਣੀ ਰਿਪੋਰਟ ਦਿਓ। ਔਰ ਉਹਨਾਂ ਦੇ ਨਾਲ ਜਿਹੜੇ ਸੈਕਟਰੀ ਸੀ ਉਹ ਸਾਰ ਰਘਬੀਰ ਸਿੰਘ ਸੀ, ਜਿਹੜੇ ਲਾ ਮਿਨਿਸਟਰੀ ਵਿੱਚ ਸਾਰੀ ਉਮਰ ਕੰਮ ਕਰਦੇ ਰਹੇ, ਔਰ ਉਹ ਮੇਰੇ ਗੁਆਂਢੀ ਨੇ, ਹਰਗੋਬਿੰਦ ਇਨਕਲੇਵ ਵਿੱਚ ਰਹਿੰਦੇ ਨੇ, ਔਰ ਹੀ ਸਟਿਲ ਅਲਾਈਵ। ਤਾਂ ਇਹ ਕਮਿਸ਼ਨ ਬਣਿਆ ਔਰ ਇਸ ਕਮਿਸ਼ਨ ਨੇ ਜੋ ਹੈ ਵਰਕ ਸ਼ੁਰੂ ਕੀਤਾ, ਔਰ ਉਹਦੇ ਵਿੱਚ ਜਿੰਨੇ ਵੀ ਸਿੱਖਾਂ ਨਾਲ ਵੱਡੇ ਵੱਡੇ ਇੰਸਟੀਟਿਊਸ਼ਨਸ ਦੇ ਹੈੱਡ ਸੀ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੈੱਡ ਪ੍ਰਕਾਸ਼ ਸਿੰਘ ਬਾਦਲ, ਇੱਕ ਇਸੇ ਤਰ੍ਹਾਂ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਮਾਨ ਦੇ ਸਿਮਰਨਜੀਤ ਸਿੰਘ ਮਾਨ, ਔਰ ਇਸੇ ਤਰ੍ਹਾਂ ਟੋੜਾ ਸਾਹਿਬ, ਉਹਨਾਂ ਦਿਨਾਂ 'ਚ ਬਾਦਲ ਸਾਹਿਬ ਤੇ ਟੋੜਾ ਸਾਹਿਬ ਦਾ ਜਿਹੜਾ ਹੈ ਉਹ ਤੋੜ ਵਿਛੋੜਾ ਹੋਇਆ ਸੀਗਾ, ਤੇ ਬਾਦਲ ਸਾਹਿਬ ਨੇ ਵੀ ਟੋੜਾ ਸਾਹਿਬ ਨੇ ਵੀ ਜੋ ਹੈ ਆਪਣਾ ਇੱਕ ਅਕਾਲੀ ਦਲ ਬਣਾਇਆ ਹੋਇਆ ਸੀ। ਉਹ ਤਿੰਨਾਂ ਨੇ ਇਹ ਆਪਣੇ ਆਪਣੇ ਮੈਮੋਰੰਡਮ ਉਹਨਾਂ ਨੂੰ ਦਿੱਤੇ ਸੀਗੇ। ਔਰ ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਟੋੜਾ ਸਾਹਿਬ ਦੇਣ ਗਏ ਸੀ, ਉਦੋਂ ਨਾਲ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਤੇ ਮੈਂ, ਅਸੀਂ ਤਿੰਨਾਂ ਨੇ ਉਹ ਮੈਮੋਰੰਡਮ ਦਿੱਤਾ ਸੀ, ਔਰ ਉਸ ਮੈਮੋਰੰਡਮ ਦੀ ਇੱਕ ਇਤਿਹਾਸਕ ਡਾਕੂਮੈਂਟ ਸੀ ਔਰ ਉਹਦੀ ਕਾਪੀ ਮੇਰੇ ਕੋਲ ਅਜੇ ਵੀ ਹੈ। ਇਹ ਸਾਰੀਆਂ ਰਿਕਮੈਂਡੇਸ਼ਨਸ, ਸਾਰੀਆਂ ਜਿਹੜੀਆਂ ਗੱਲਾਂ ਮੈਮੋਰੰਡਮ ਦੇਣ ਤੋਂ ਬਾਅਦ ਜਿਹੜੇ ਵੀ ਜਸਟਿਸ ਹੈਗੇ ਵੈਂਕਟੇਸ਼ਵਰਿਆ, ਉਹਨਾਂ ਨੇ ਆਪਣੀ ਰਿਪੋਰਟ ਤਿਆਰ ਕਰ ਲਈ ਔਰ ਕੋਈ 2-3 ਐਕਸਟੈਂਸ਼ਨਸ ਲੈਣੀਆਂ ਪਈਆਂ। ਤਾਂ ਇਹ 31 ਮਾਰਚ 2002 ਨੂੰ 1180 ਪੇਜ ਦੀ, 1179 ਪੇਜ, 1179 ਪੇਜਿਸ ਦੀ ਰਿਪੋਰਟ ਇਹ ਲਾ ਮਿਨਿਸਟਰ ਉਦੋਂ ਅਰੁਣ ਜੇਤਲੀ ਹੁੰਦੇ ਸੀ, ਅਰੁਣ ਜੇਤਲੀ ਨੂੰ ਦਿੱਤੀ ਸੀ। ਤੇ ਉਹਦੇ ਵਿੱਚ ਇਹ ਬੜਾ ਹੀ ਕਲੀਅਰ ਉਹਨਾਂ ਨੇ ਰਿਕਮੈਂਡ ਕਰ ਦਿੱਤਾ, ਔਰ ਉਹ ਰਿਕਮੈਂਡ ਜਿਹੜਾ ਕੀਤਾ ਮੈਂ ਸਾਰਾ ਉਹ ਨੈਟ ਤੋਂ ਵੇਖਿਆ। ਮੈਂ ਜਿਹੜੀ ਸਾਡੇ ਕੋਲ ਵੀ ਉਹਦਾ ਇੱਕ ਲੈਟਰ ਆਇਆ ਸੀ ਉਹਦਾ, ਟੋੜਾ ਸਾਹਿਬ ਕੋਲ, ਉਹਦੀ ਕਾਪੀ ਵੀ ਮੇਰੇ ਕੋਲ ਸੀ। ਤਾਂ ਉਹਦਾ ਜਿਹੜਾ ਸੀ, ਜਿਹੜਾ ਟੋੜਾ ਸਾਹਿਬ ਦਾ ਜਿਹੜਾ ਅਕਾਲੀ ਦਲ ਸੀ ਉਹਦਾ ਨਾਂ ਸੀ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ। ਤਾਂ ਉਸ ਦੀ ਜਿਹੜੀ ਉਹਨਾਂ ਨੇ ਰਿਪੋਰਟ ਦਿੱਤੀ ਸੀ, ਜਿਹੜੀ ਰਿਕਮੈਂਡੇਸ਼ਨ ਰਿਗਾਰਡਿੰਗ 25 ਧਾਰਾ, ਮੈਂ ਉਹਦੀ ਸਿਰਫ ਗੱਲ ਕਰਨੀ ਹੈ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਆਰਟੀਕਲ 25 ਹੈ ਉਹਦੇ ਵਿੱਚ ਉਹ ਇਹ ਕਹਿੰਦੇ ਨੇ ਕਿ ਕਮਿਸ਼ਨ ਸੁਜੈਸਟਿਡ, ਗੌਰਮੈਂਟ ਨੂੰ ਉਹਨਾਂ ਨੇ ਸੁਜੈਸਟ ਕੀਤਾ ਟੂ ਰਿਮੂਵ ਦਾ ਇੰਪ੍ਰੈਸ਼ਨ ਦੈਟ ਸਿੱਖਿਜ਼ਮ ਇਜ਼ ਬੀਇੰਗ ਡਿਲੂਟਿਡ। ਬਈ ਸਿੱਖਾਂ ਨੂੰ ਇਹ ਜਿਹੜਾ ਇੱਕ ਫੀਲ ਹੋ ਰਿਹਾ ਕਿ ਉਹਨਾਂ ਨੂੰ, ਉਹਨਾਂ ਦੀ ਜਿਹੜੀ ਹਸਤੀ ਹੈ ਉਹਨਾਂ ਨੂੰ ਘੱਟ ਕੀਤਾ ਜਾ ਰਿਹਾ, ਪਾਰਟ ਆਫ ਹਿੰਦੂ ਕਹਿ ਕੇ। ਦਿਸ ਅਪਲਾਈਜ਼ ਟੂ ਜੈਨ ਐਂਡ ਬੁੱਧਿਜ਼ਮ, ਨਾਲ ਉਹ ਜੈਨ ਤੇ ਬੁੱਧਿਜ਼ਮ ਦੀ ਵੀ ਕਹਿ ਰਹੇ ਨੇ, ਇਹ ਤਿੰਨਾਂ ਨੂੰ ਇਹ ਲੱਗ ਰਿਹਾ ਕਿ ਉਹਨਾਂ ਨੂੰ ਹਿੰਦੂ ਕਹਿ ਕੇ ਉਹਨਾਂ ਦੀ ਜਿਹੜੀ ਹੈ ਹਸਤੀ ਘੱਟ ਕੀਤੀ ਜਾ ਰਹੀ ਹੈ। ਕਮਿਊਨਿਟੀਜ਼ ਐਜ਼ ਵੈਲ, Commission suggested a bill to amend the constitution as per the report of the commission should be brought by the government in this session itself, ਕਿ ਇਸ ਧਾਰਾ ਦੇ ਵਿੱਚ ਇਮੀਡੀਏਟਲੀ ਜਿਹੜਾ ਹੈ ਉਹ ਇਸ ਧਾਰਾ ਦੇ ਵਿੱਚ ਤਬਦੀਲ ਕੀਤਾ ਜਾਵੇ, ਇਹਨਾਂ ਤਿੰਨਾਂ ਨੂੰ ਇੱਕ ਅਲੱਗ ਆਇਡੈਂਟੀਟੀ ਦਿੱਤੀ ਜਾਵੇ। ਔਰ ਨਾਲ ਕਮਿਸ਼ਨ ਨੇ ਇਹ ਕਿਹਾ ਕਿ ਇਸੇ ਸਾਲ ਦੇ ਜਿਹੜਾ ਸੈਸ਼ਨ ਹੈ ਪਾਰਲੀਮੈਂਟ ਦਾ, ਉਹਦੇ ਵਿੱਚ ਇਹ ਬਿੱਲ ਲਿਆ ਕੇ ਉਹਦੇ ਤੇ ਬਹਿਸ ਕਰਕੇ ਇਹਨੂੰ ਠੀਕ ਕੀਤਾ ਜਾਵੇ। ਗੱਲ ਸਮਝ ਨਹੀਂ ਆਈ ਕਿਉਂਕਿ ਤਰਲੋਚਨ ਸਿੰਘ ਜੀ ਕਾਫੀ ਸੀਨੀਅਰ ਲੀਡਰ ਹੈਗੇ ਨੇ ਤੇ ਅੱਜ ਦੀ ਡੇਟ ਦੇ ਅੰਦਰ ਉਹਨਾਂ ਦੀ ਏਜ ਜਿੰਨਾ ਐਕਟਿਵ ਸੀ ਲੀਡਰ ਹਿੰਦੁਸਤਾਨ ਦੇ ਅੰਦਰ, ਦਿੱਲੀ ਜ਼ਿਆਦਾ ਕੋਈ ਨਹੀਂ ਹੈਗਾ, ਤੇ ਉਹਨਾਂ ਦੀ ਗੱਲ ਦੇ ਉੱਤੇ ਕਿੰਤੂ ਪਰੰਤੂ ਕਰਨ ਦੀ ਕੀ ਲੋੜ ਹੈਗੀ ਹੈ? ਮੈਂ ਉਹੀ ਕਹਿ ਰਿਹਾ ਸੀ ਕਿ ਜਦੋਂ ਇਹ ਕਰ ਦਿੱਤਾ, ਪਰ ਮੈਂ ਤੁਹਾਨੂੰ ਇੱਕ ਗੱਲ ਥੋੜੀ ਜਿਹੀ ਹੋਰ ਦੱਸਣਾ ਚਾਹੁੰਦਾ ਤੁਹਾਡੇ ਜਿਹੜੇ ਦਰਸ਼ਕ ਨੇ ਉਹਨਾਂ ਦੀ ਨੌਲੇਜ ਲਈ, ਕਿ ਇਸ ਤਰ੍ਹਾਂ ਦੀਆਂ ਸੈਂਕੜੋ ਹਜ਼ਾਰਾਂ ਅਮੈਂਡਮੈਂਟਸ ਹੋਈਆਂ ਨੇ
पिछले 30-35-40 साल और ये सारिया अमेंडमेंट्स पार्लीमेंट चलिया जांदियां ने, उत्थे हज़ारां अमेंडमेंट्स पईयां ने और उत्थे सिस्टम है कि हर वारी वो पर्ची कढ़दे ने, लाटरी सिस्टम है कि वो कढ़ दिंदे ने, जिहड़ी आ गई उहदे ते बहस हो जाती है। ये उदों दी 2002 तो ये जिहड़ी साडी रिकमेंडेशन है उस कॉन्स्टिट्यूशन रिव्यू कमेटी दी कॉन्स्टिट्यूटेड बाई श्री अटल बिहारी वाजपेयी, और रिकमेंडेशन पार्लीमेंट पई है, लेकिन उस ते बहस नहीं हो पाई। हुण दूसरी गल जिहड़ी वो कहंदे ने कि मैं पार्लीमेंट विच 25 धारा बारे गल कीती, तो सिर्फ इन्हां ने नहीं कीती। प्रोफैसर प्रेम सिंह चंदू माजरे का मैं रिकॉर्ड देखा कॉन्स्टिट्यूशन की 25 धारा लई, वो बहुत बोले ने। सुखदेव सिंह ढींडसा बहुत बोले ने। रतन सिंह जग्गी रतन सिंह अजनाला मैंबर पार्लीमेंट, वो बहुत बोले ने। हाँ, सार त्रिलोचन सिंह भी राज सभा च बोले ने। पर इट डज नॉट मीन कि मैं करके, तो देखो कि कईयां दा सुभाव हुंदा है कि मैं अपनी गल करके लोग जिहड़े ना दे आर सो इनोसेंट, उन्होंने पार्लीमेंट का उन्होंने सोचा प्रोसीडिंग का नहीं पता होएगा कि मैं अपनी गल करके लोगों दे विच अपनी ऐसी इमेज बनावा। हुण ओही झूठ बोल के इमेजां बना के खालसा कॉलेज के चेयरमैन बने हुए ने, गुरुद्वारा प्रबंधक कमेटी दे विच अपना दफ्तर रखे हुए, उन्होंने पूरी तरह यूज कर रहे ने। मैं हैरान तो इस गल दे कि आम तौर पर कहते हैं कि यार मैं हुण चल हो गया, हुण मैं किसी नौजवान नूं भी इस गल दे उत्ते अगे आण दियां ते उन्हां नूं ये जिहड़े ऑफिस उन्हां ने संभाले हुए ने उन्हां नूं दे दियां। नहीं देखो, गल ये हैगी अमित जी कि जिहड़ी जिथों तक सार त्रिलोचन सिंह दा सवाल है, वो कोई गुरबाणी दी कोई बहुती उन्हां नूं मैं नहीं समझदा कि गुरबाणी दी बहुत रहे ने। जदों जिहड़ा सिख स्टडी सेंटर बन रहा सी गुरु नानक देव जी ਉਹਦੇ चेयरमैन रहे ने, मतलब गुरबाणी नॉलेज होगी तां ही तो चेयरमैन बने होणगे। वो हिस्टरी दे जरूर ने, नाल उन्हां ने खालसा कॉलेज दी बड़ी एक इंटलैक्चुअल लेडी मिसिज हरबंस कौर सग्गू नाल रखे हुए सी। वो हिस्टरी दे टीचर खालसा कॉलेज सारी उम्र पढ़ाते रहे सी, सारा वो देखते सी। ये तो चेयरमैन सी सिर्फ मतलब है कि मैं वाले चेयरमैन सी ये सिर्फ, बाकी कोई कवे कि इसनूं बड़ी गुरु ग्रंथ साहब की नॉलेज है, इन्होंने तो पता नहीं कित्थे कित्थे जाके की गलत इंटरप्रिटेशनां कीतियां कि एक एटम अनु दा आंदा है वर्ड, उसनों इन्होंने जाके अमरीका च कहता है जी ये गुरु नानक साहब ने 500 साल पहले एटम बंब की गल की सी उन्हों दी, जबकि उसका मतलब ही कुछ होर सी। मैनू क्या कि इहदा की मतलब, मैं दसिया कि इहदा मतलब सही है, लेकिन उत्थे एटम बंब बना के आ गए इत्थे। वो गल छोड़ो, उस गल दे विच नहीं पैना। गल सिर्फ इन्ना हैगी कि इन्हां नूं इस उम्र च आके घट तो घट हुण ये जिहड़ियां होमे दियां गल्लां ते महमे दियां गल्लां छड्ड देनियां चाहीदियां ने। जिथों तक तुसीं गुरुद्वारा कमेटी की गल कीती है, गुरुद्वारा कमेटी च भी अगर थोड़ी जी भी उन्हां नूं धर्म का ज्ञान हुंदा ते इहो जिहे बंदिआं नूं इहो जिहियां पोस्टां ते रख देना जिथे वो हैगे। हुण भी जिहड़ी है सेंटर रिसर्च सेंटर बनिया जिहदा हुण विक्रमजीत सिंह सानी ने जिहड़ा बनाया सारा, उहदे विच भी मैनूं पता लग्या कि जिहड़ा अंदर दिखाया जा रहा है उहदे भी कुछ गलतियां हिस्टोरिकल काफ़ी गलतियां ने। मैं अजे देखिया नहीं, इसलिए मैं उहदे ते कमेंट नहीं कर सकदा। पर सीसगंज साहब के उत्ते जे मैं गल करा, क्योंकि उधर काफ़ी पुराना तत्व हैगा गुरुद्वारा साहब, उधर गुरबाणी दुक्कां च सियारी बियारी की गलती, लंगर की गलती करना की जायज़ समझते हो और किहदी गलती मनते हो? इट इज़ वेरी अनफॉर्चुनेट ऑफ कोर्स। अगर उत्थे ये गलत गुरबाणी दियां उन्होंने उत्थे गलत लिखा गया तो ऑफ कोर्स इहदी सब तो वड्डी गलती गुरुद्वारा प्रबंधक कमेटी दी है। तो पुरानियां लिखियां हुई सी। हाँ, इस बारे हुण मैनू पूरी नॉलेज नहीं है। मैं ये बाबा जी तो पूछना चाहिए, ये तो कोई शक नहीं कि बड़ी मेरा ख्याल है कि 45-50 साल पुरानियां लिखी हुई ने। उहदे पहले की लिखे होया सी, कदी पुरानी किसी ने कोई किसी दे नोटिस विच आई नहीं है। जे गलत सी तो इसदा मतलब किसी अज नोटिस च आ रही है तो लोगों को पहले भी नोटिस आई होणगियां। इस बारे कुछ नहीं कहा जा सकता, क्योंकि देखो मैं बड़ी इसनूं बहुत नेड़ियों इस चीज़ नूं नहीं देखा। इसकी ज़्यादा वड्डी क्लैरिफिकेशन तो गुरुद्वारा प्रबंधक कमेटी की होनी चाहिए और वही जवाब देने। लास्ट आप जी इतिहास के काफ़ी जानू है कि PhD भी इहदे ते कर रहे हो, मैंने सवाल का बड़ा सिंपल जिहा जवाब चाहिए कि सतीदास मतीदास दयाला जी ने कोई शिद्दत दिल्ली के अंदर सही सी कि नहीं? की चीज़ मैं दोबारा समझा नहीं। मैं कालका जी ने क्या है कि सतीदास दयाला जी ने कोई शिद्दत नहीं सही कि
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਹਨਾਂ ਅੰਤਕ ਸੇਵਾਦਾਰ, ਉਹਨਾਂ ਦੇ ਸਾਥੀ, ਜਿਨ੍ਹਾਂ ਨੇ ਇਸ ਸਥਾਨ ਦੇ ਉੱਤੇ ਬਹੁਤ ਵੱਡੀ ਸ਼ਹਾਦਤਾਂ ਦਿੱਤੀਆਂ, ਗੁਰੂ ਨੂੰ ਨਤਮਸਤਕ ਹੋ ਕੇ ਸੀ ਨਹੀਂ ਮੰਨੀ, ਕਿਸੇ ਜ਼ੁਲਮ ਦੇ ਸ਼ਿਕਾਰ ਨਹੀਂ ਹੋਏ। ਕਿ ਸ਼ਿੱਦਤ ਸਹੀ ਸੀ ਕਿ ਨਹੀਂ? ਨਹੀਂ ਸਹੀ, ਉਹਨਾਂ ਦੇ ਤਾਂ ਬੜਾ ਟੌਰਚਰ ਕੀਤਾ ਗਿਆ ਸੀ ਉਹਨਾਂ ਨੂੰ। ਕਾਲਕਾ ਜੀ ਦਾ ਵਰਡਿੰਗ ਆਇਆ ਕਿ ਉਹਨਾਂ ਨੂੰ ਕੋਈ ਜ਼ੁਲਮ ਦਾ ਸਾਹਮਣਾ ਨਹੀਂ ਕਰਨਾ ਪਿਆ। ਜ਼ੁਲਮ ਤਾਂ ਉਹਨਾਂ ਨਾਲ ਬਹੁਤ ਹੋਇਆ, ਜਦੋਂ ਉਹਨਾਂ ਨੂੰ ਜ਼ਿੰਦਾ ਹੀ ਉੱਥੇ ਜਲਾ ਦਿੱਤਾ ਗਿਆ ਹੈ ਜੀ। ਭਾਈ ਮਤੀ ਦਾਸ, ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਹੈ। ਤੇ ਕਾਲਕਾ ਜੀ ਕਿਉਂ ਕਹਿ ਰਹੇ ਨੇ ਕਿ ਸ਼ਿੱਦਤ ਨਹੀਂ ਸਹਿਣੀ ਪਈ? ਮੈਂ ਹੁਣ ਇਸ ਬਾਰੇ ਕੀ ਜਵਾਬ ਦਿਆਂ? ਇਹਦਾ ਜਵਾਬ ਬੜਾ ਮਾਕੂਲ ਤਾਂ ਖੁਦ ਉਹ ਹੀ ਦੇਣਗੇ, ਪ੍ਰਧਾਨ ਸਾਹਿਬ ਹੀ। ਪਰ ਇਹ ਤਾਂ ਇਤਿਹਾਸਕ ਤੌਰ ਤੇ ਬਿਲਕੁਲ ਠੀਕ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਉਹਨਾਂ ਤਿੰਨਾਂ ਨੂੰ ਸ਼ਹੀਦ ਕੀਤਾ ਗਿਆ। ਫਿਰ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੀਹੈਡਡ ਕੀਤਾ ਗਿਆ। ਮਗਰ ਕਮੇਟੀਆਂ ਜਿਹੜੀ ਬਾਰ-ਬਾਰ ਗਲਤੀਆਂ ਕਰ ਰਹੀਆਂ, ਰੀਜ਼ਨ ਕੀ ਹੈ? ਕਿਉਂਕਿ ਕਦੀ ਧਰਮ ਪ੍ਰਚਾਰ ਦੇ ਚੇਅਰਮੈਨ ਹੈਗੇ ਨੇ ਕਰਮਸਰ ਸਾਹਿਬ, ਉਹਨਾਂ ਨੇ ਕਹਿਤਾ ਜੀ ਮਾਤਾ ਗੁਜਰੀ ਜੀ ਵਿਧਵਾ ਹੋ ਗਈ। ਇਹ ਸ਼ਬਦ ਮਾਕੂਲ ਸੀ? ਨਹੀਂ, ਇਹ ਬਹੁਤ ਅਨਫੋਰਚੂਨੇਟ ਹੈ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਕਿ ਉਹ ਵਿਧਵਾ ਹੋ ਗਏ। ਦਿਸ ਇਜ਼ ਵੈਰੀ, ਮੈਂ ਸਮਝਦਾ ਕਿ ਬੜਾ ਅਨਜਸਟੀਫਾਈਡ ਵਰਡ ਹੈ। ਉਹਨਾਂ ਨੂੰ ਇਸ ਤਰ੍ਹਾਂ ਦੀਆਂ ਇਹ ਗੱਲ ਨਹੀਂ ਕਰਨੀ ਚਾਹੀਦੀ। ਮੈਂ ਫਿਰ ਕਹਿਣਾ ਕਿ ਧਰਮ ਪ੍ਰਚਾਰ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਮੈਂਟ ਜਿਹੜਾ ਹੈ, ਅਸਲ ਵਿੱਚ ਤਾਂ ਇਹ ਮੈਨੇਜਮੈਂਟ ਦਾ ਮਤਲਬ ਇਹ ਸੀ ਕਿ ਗੁਰਦੁਆਰਿਆਂ ਦੇ ਵਿੱਚ ਜਿਹੜੀ ਰੋਜ਼ ਦੀ ਮਰਿਆਦਾ ਹੈ ਜਾਂ ਧਰਮ ਬਾਰੇ, ਜਿਹੜਾ ਗੁਰੂ ਗ੍ਰੰਥ ਸਾਹਿਬ ਬਾਰੇ ਜਾਂ ਸਿੱਖ ਹਿਸਟਰੀ ਬਾਰੇ, ਉਹਨੂੰ ਜਿਹੜੀ ਹੈ ਉਹਦਾ ਪ੍ਰਚਾਰ ਕਰਨਾ ਹੈ, ਔਰ ਉਹ ਪ੍ਰਚਾਰ ਕਰਨਾ ਸਹੀ ਕਰਨਾ ਹੈ, ਠੀਕ ਹੈ ਨਾ। ਪਰ ਜੇ ਕੋਈ ਹੁਣ ਇਹ ਕਿਸੇ ਅਹੁਦੇ ਤੇ ਬੈਠ ਕੇ ਕੋਈ ਧਰਮ ਪ੍ਰਚਾਰ ਦਾ ਚੇਅਰਮੈਨ ਬਣ ਕੇ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਲਕ ਬਣ ਕੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਤੇ ਲੋਕਾਂ ਦੇ ਵਿੱਚ ਬੜਾ ਵੱਡਾ ਕਨਫਿਊਜ਼ਨ ਪੈਦਾ ਹੁੰਦਾ, ਔਰ ਇਹ ਬਹੁਤ ਗਲਤ ਗੱਲ ਹੈ। ਮੇਰੀ ਰਾਏ ਤਾਂ ਇਹੀ ਹੈ ਕਿ ਜਦੋਂ ਵੀ ਪਬਲਿਕਲੀ ਕੁਝ ਕਿਹਾ ਜਾਵੇ ਉਸ ਨੂੰ ਜ਼ਰੂਰ ਇੱਕ ਵਾਰੀ ਥੋੜਾ ਜਿਹਾ ਕਨਫਰਮ ਕਰਕੇ ਕਹਿਣਾ ਚਾਹੀਦਾ ਕਿ ਅਸੀਂ ਕੀ ਕਹਿਣ ਜਾ ਰਹੇ ਹਾਂ। ਤੇ ਇਹ ਜਿਹੜਾ ਮਾਤਾ ਗੁਜਰੀ ਬਾਰੇ ਕਹਿਣਾ ਜਾਂ ਸਾਂਝੀ ਕਰਨਾ ਚਾਹਾਂਗਾ, ਅੱਜ ਮੇਰੇ ਅੰਦਰ ਵੀ ਗੱਲ ਆ ਰਹੀ ਹੈ ਕਿਉਂਕਿ ਜਦੋਂ ਮੈਂ ਪਿਛਲੇ 10 ਸਾਲਾਂ ਤੋਂ, ਲਗਭਗ 10 ਸਾਲ ਹੋ ਗਏ ਗੁਰਦੁਆਰਾ ਕਮੇਟੀ ਨੂੰ ਕਵਰੇਜ ਕਰਦੇ ਹੋਏ, ਮੈਂ ਵੱਡੇ ਵੱਡੇ ਪ੍ਰਧਾਨਾਂ ਨੂੰ, ਸਕੱਤਰਾਂ ਨੂੰ ਦੇਖਿਆ ਹੈ। ਮਗਰ ਜਦੋਂ ਉਹ ਸਪੀਚ ਕਰਨ ਜਾਂਦੇ ਸੀ ਨਾ ਤੇ ਪਹਿਲੇ ਫੋਨ ਕਰਕੇ ਵੱਡੇ ਵੱਡੇ ਵਿਦਵਾਨਾਂ ਨਾਲ ਗੱਲ ਕਰ ਡਿਸਕਸ ਕਰਦੇ ਸੀ ਅਸੀਂ ਇਹ ਲਾਈਨ ਬੋਲੀਏ ਕਿ ਨਾ ਬੋਲੀਏ। ਕਿ ਅੱਜ ਕੱਲ ਦੇ ਪ੍ਰਧਾਨ ਸਾਹਿਬ ਕੋਲ ਜਾਂ ਸਕੱਤਰ ਸਾਹਿਬ ਕੋਲ ਕੋਈ ਇਹੋ ਜਿਹੇ ਪ੍ਰਚਾਰਕ ਨਹੀਂ ਰਹਿ ਗਏ ਜਿਨ੍ਹਾਂ ਤੋਂ ਡਿਸਕਸ ਕਰ ਸਕਣ? ਨਹੀਂ, ਬੜੇ ਬੜੇ ਬੈਠੇ ਨੇ ਜੀ। ਇਸ ਤਰ੍ਹਾਂ ਨਾ ਕਰੀਏ ਆਪਾਂ, ਬੜੇ ਵੱਡੇ ਵੱਡੇ ਸਕੋਲਰ, ਬੜੇ ਵੱਡੇ ਵੱਡੇ ਗੁਣੀ ਗਿਆਨੀ, ਗੁਰਮਤ ਨੂੰ ਜਾਣਨ ਵਾਲੇ, ਸਿੱਖ ਇਤਿਹਾਸ ਨੂੰ ਜਾਣਨ ਵਾਲੇ ਬੜੇ ਲੋਕ ਬੈਠੇ ਨੇ। ਔਰ ਬਲਕਿ ਮੈਂ ਇਹ ਕਹਿੰਦਾ ਕਿ ਚਲੋ ਤਾਂ ਵੱਡੇ ਵੱਡੇ ਜਿਹੜੇ ਇੰਟੈਲੈਕਚੁਅਲ ਨੇ ਜਾਂ ਪ੍ਰੋਫੈਸਰ ਲੋਕ ਵੱਡੇ ਵੱਡੇ ਨੇ, ਪਰ ਫਿਰ ਵੀ ਜਦੋਂ ਵੀ ਅਸੀਂ ਕਿਸੇ ਸਿੱਖ ਇਤਿਹਾਸ ਜਾਂ ਗੁਰੂਆਂ ਦੇ ਬਾਰੇ ਗੱਲ ਕਰਨੀ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਇਤਿਹਾਸ ਪੜ੍ਹ ਕੇ ਉਹਨੂੰ ਸਮਝ ਕੇ ਫਿਰ ਜਾ ਕੇ ਲੋਕਾਂ ਤੱਕ ਲਿਜਾਣੀ ਚਾਹੀਦੀ ਹੈ। ਔਰ ਇਹ ਇੱਕ ਅਗਿਆਨਤਾ ਦਾ ਪ੍ਰਤੀਕ ਹੈ ਔਰ ਇਹ ਬੜਾ ਅਨਫੋਰਚੂਨੇਟ ਵੀ ਹੈ। ਇਹ ਤਾਂ ਇਹ ਗਲਤ ਇਸ ਲਈ ਵੀ ਗਲਤ ਹੈ ਕਿਉਂਕਿ ਜੇ ਗਲਤ ਨਾ ਹੁੰਦਾ ਤੁਸੀਂ ਮੇਰੇ ਤੋਂ ਇਹ ਸਵਾਲ ਵੀ ਨਾ ਪੁੱਛਦੇ। ਲੋਕਾਂ ਦੇ ਵਿੱਚ ਇਸ ਗੱਲ ਦਾ ਬੜਾ ਰੋਸ ਵੀ ਹੈ। ਲਾਸਟ ਕੁਐਸਚਨ, ਗੁਰਦੁਆਰਾ ਕਮੇਟੀ ਜਿਹੜਾ ਕੰਮ ਕਰ ਰਹੀ ਹੈ, ਹਰ ਸ਼੍ਰੋਮਣੀ ਅਕਾਲੀ ਦਲ ਕਾਲਕਾ ਕਹਿ ਸਕਦਾ ਅੱਜ ਦੀ ਡੇਟ ਦੇ ਅੰਦਰ, ਹਰ ਸ਼੍ਰੋਮਣੀ ਅਕਾਲੀ ਦਲ ਕਾਲਕਾ ਜਿਹੜੇ ਕੰਮ ਕਰ ਰਹੀ ਹੈ, ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾ ਰਹੀ ਹੈ, ਤੁਸੀਂ ਉਹਨਾਂ ਨੂੰ ਰੇਟਿੰਗ ਕੀ ਦਿੰਦੇ ਹੋ? ਤੁਹਾਨੂੰ ਲੱਗਦਾ ਕਿ ਉਹ ਸਹੀ ਤਰੀਕੇ ਨਾਲ ਕੰਮ ਕਰ ਪਾ ਰਹੀ ਹੈ? ਨਹੀਂ, ਦੇਖੋ ਮੈਂ ਕੌਣ ਹੁੰਨਾ ਰੇਟਿੰਗ ਦੇਣ ਵਾਲਾ। ਦੇਖ ਸੰਗਤ, ਦੇਖੋ ਇੱਕ ਗੱਲ ਤਾਂ ਬੜੀ ਪੱਕੀ ਹੈਗਾ ਕਿ ਇਹ ਗੁਰਦੁਆਰਾ ਕਮੇਟੀ ਨਾਟ ਓਨਲੀ ਅਸ, ਨਾਟ ਓਨਲੀ ਦਿੱਲੀ, ਪੂਰਾ ਵਰਲਡ ਇਜ਼ ਵਾਚਿੰਗ them, ਪੂਰਾ ਵਰਲਡ ਇਜ਼ ਓਬਜ਼ਰਵਿੰਗ them। ਇੱਕ ਇੱਕ ਗੱਲ ਜਿਹੜੀ ਹੈ ਉਹ ਵਾਚ ਵੀ ਹੋ ਰਹੀ ਹੈ, ਓਬਜ਼ਰਵ ਵੀ ਹੋ ਰਹੀ ਹੈ ਔਰ ਉਸ ਨੂੰ ਬਕਾਇਦਾ ਉਹਦੇ ਤੇ ਨੋਟ ਵੀ ਲਿਆ ਜਾ ਰਿਹਾ ਹੈ। ਇਹ ਟਾਈਮ ਦੱਸੇਗਾ ਕਿ ਟਾਈਮ ਆਉਣ ਦੇ ਉੱਤੇ ਹੁਣ ਗੱਲ ਕਰੀਏ ਕਿ ਦਿਸ ਸਿਲੈਕਸ਼ਨ ਸਿਸਟਮ ਹੈਜ਼ ਰਿਊਨਡ ਔਰ ਐਵਰੀਥਿੰਗ, ਰਿਊਨਡ ਔਰ ਇੰਸਟੀਟਿਊਸ਼ਨ। ਤੇ ਇਹਨਾਂ ਦਾ ਜਿਹੜਾ ਮੈਂ ਸਮਝਦਾ ਕਿ ਐਗਜ਼ਾਮ ਹੈ ਜਾਂ ਇਹਨਾਂ ਦੀ ਜਦੋਂ ਠੀਕ ਨੇ ਗਲਤ ਨੇ, ਇਹਦਾ ਸਹੀ ਤਰੀਕਾ ਤਾਂ ਉਦੋਂ ਹੀ ਹੋਏਗਾ ਕਿ ਜਦੋਂ ਨਵੇਂ ਕੋਈ ਇਲੈਕਸ਼ਨ ਹੋਣਗੇ ਤੇ ਸੰਗਤਾਂ ਦੇ ਵਿੱਚ ਜਦੋਂ ਕੋਈ ਗੱਲ ਹੁੰਦੀ ਹੈ ਤੇ ਸੰਗਤ ਆਪਣਾ ਜਿਹੜਾ ਹੈ ਉਹ ਰਿਐਕਸ਼ਨ ਵੀ ਕਰਦੀ ਹੈ। ਹੁਣ ਕਈ ਵਾਰ ਬੜੀ ਵਾਰ ਇਸ ਤਰ੍ਹਾਂ ਵੀ ਹੁੰਦਾ ਕਿ ਜਿਹੜੀ ਸੰਗਤ ਰਿਐਕਸ਼ਨ ਕਰਦੀ ਹੈ ਉਹਦੇ ਵਿੱਚ ਵੀ ਬੜੀਆਂ ਖੋਟਾਂ ਤੇ ਗਲਤੀਆਂ ਹੋ ਜਾਂਦੀਆਂ ਨੇ। ਤਾਂ ਇਸੇ ਲਈ ਤਾਂ ਇਹ ਗੁਰਦੁਆਰਾ ਕਮੇਟੀ ਬਣਾਈ ਗਈ ਸੀ
ਕਿ ਜਿਹੜਾ ਗੁਰਦੁਆਰਾ ਕਮੇਟੀ ਹੈ ਰਿਪਰੈਜ਼ੈਂਟ ਕਰ ਰਹੇ ਨੇ। 25 ਦੇ ਅਸੀਂ ਆਏ ਸੀ। ਲਾਸਟ ਕੁਐਸਚਨ ਕਰਦਾ, ਕੀ ਸਿੱਖ ਹਿੰਦੂ ਹੈਗੇ ਨੇ? ਦੁਬਾਰਾ ਕੁਐਸਚਨ ਕਰ ਰਿਹਾ। ਸ਼ੰਟੀ ਜੀ ਦੇ ਬੇਟੇ ਨੇ ਵੀ ਗੱਲ ਕਹੀ ਹੈ ਤੇ ਉਹਨਾਂ ਦੇ ਬੇਟੇ ਨੇ ਜਿਹੜੀ ਗੱਲ ਕਹੀ ਹੈ, ਮਗਰ ਮੈਂ ਨਾਲ ਕਲੀਅਰ ਕਰ ਦਵਾਂ ਕਿ ਦਿੱਲੀ ਕਮੇਟੀ ਦੇ ਕਈ ਮੈਂਬਰ ਜਿਹੜੇ ਕਾਉਂਸਲਰ ਦੇ ਇਲੈਕਸ਼ਨ ਲੜਦੇ ਨੇ, ਉਹ ਪਹਿਲੇ ਲੜਦੇ ਵੀ ਰਹੇ ਨੇ, ਉਹ ਇਹ ਗੱਲ ਬੰਦ ਕਮਰੇ में ਕਹਿੰਦੇ ਆਏ ਨੇ। ਇਹ ਮੈਂ ਆਪਣੀ ਕੰਨੀ ਸੁਣੀ ਹੈ। ਨਹੀਂ, ਮੈਂ ਫਿਰ ਕਹਿ ਰਿਹਾ ਕਿ ਇਹ ਪਿੱਛੇ ਜੇ ਕਿਸੇ ਨੇ ਇਹ ਵੀ ਕਿਹਾ ਸੀ ਜੀ ਇਲੈਕਸ਼ਨ ਲੜਨੇ ਚਾਹੀਦੇ ਨੇ, ਧਰਮ ਬਿਨਾਂ ਨਾ ਰਾਜ ਚੱਲਿਆ, ਉਸ ਦੇ ਵਿੱਚ ਵੀ ਮੈਂ ਰਿਐਕਸ਼ਨ ਦਿੱਤਾ ਸੀ ਉਦੋਂ ਕਿ ਜਦੋਂ ਕਿਹਨੇ ਗਿਆ ਸੀ, ਮੈਨੂੰ ਯਾਦ ਨਹੀਂ ਕਿਹਨੇ ਗਿਆ ਸੀ। ਸ਼ਾਇਦ ਕਿਸੇ ਦਾ ਬਿਆਨ ਸੀ, ਸ਼ਾਇਦ ਮੈਂਬਰ ਨੇ, ਗੁਰਦੇਵ ਸਿੰਘ ਮੈਂਬਰ ਸੀ, ਕਿਸੇ ਨੇ ਬਿਆਨ ਦਿੱਤਾ ਸੀਗਾ ਤੇ ਮੈਂ ਉਹਦੇ 'ਚ ਮੈਂ ਕਿਸੇ ਅਖਬਾਰ ਦੇ ਵਿੱਚ ਇਹਦਾ ਰਿਐਕਸ਼ਨ ਵੀ ਦਿੱਤਾ ਸੀ। ਜਦੋਂ ਇਹ ਕਿਹਾ ਜਾਂਦਾ ਨਾ ਧਰਮ ਬਿਨਾਂ ਨਾ ਰਾਜ ਚੱਲਿਆ, ਤੇ ਉਹ ਕੰਟੈਸਟ ਕੋਈ ਹੋਰ ਹੈ। ਹੁਣ ਜਿਹੜੀ ਤੁਸੀਂ ਮੈਨੂੰ ਸਵਾਲ ਕੀਤਾ ਕਿ ਕੀ ਸਿੱਖ ਹਿੰਦੂ ਨੇ, ਦੇਖੋ ਇਸ ਨੂੰ ਬੜਾ ਨਾ ਸਮਝਣਾ। ਮੈਂ ਇੱਕ ਵੀਡੀਓ ਵੀ ਬਣਾਈ ਹੈ, ਉਹ ਵੀਡੀਓ ਚੱਲ ਵੀ ਰਹੀ ਹੈ ਮੀਡੀਆ ਤੇ, ਕਿ ਜਿਹੜੇ ਸਿੱਖ ਹਿੰਦੂ ਦਾ ਸਵਾਲ ਹੈ, ਦੇਖੋ ਦੋ ਗੱਲਾਂ ਨੇ, ਇੱਕ ਸੰਸਕ੍ਰਿਤੀ ਹੈ, ਇੱਕ ਧਰਮ ਹੈ, ਮਜ਼ਹਬ ਹੈ। ਹਿੰਦੂ ਜਿਹੜੀ ਹੈ ਇਹ ਦੋ, ਇਸ ਦੇ ਦੋ ਮਤਲਬ ਕੱਢੇ ਜਾਂਦੇ ਨੇ, ਇੱਕ ਹਿੰਦੂ ਸੰਸਕ੍ਰਿਤੀ ਹੈ, ਇੱਕ ਹਿੰਦੂ ਮਜ਼ਹਬ ਹੈ, ਠੀਕ ਹੈ ਨਾ। ਹੁਣ ਇਹਦੇ ਵਿੱਚ ਕੋਈ ਕਵੇ ਕਿ ਅਸੀਂ, ਸਾਡੀ ਜਿਹੜੀ ਸੈਪਰੇਟ ਇੱਕ ਆਇਡੈਂਟੀਟੀ ਹੈ ਸਿੱਖ ਦੀ, ਪਿਊਰੀਫਾਈਡ ਹਿੰਦੂ ਨਹੀਂ, ਉਹ ਤਾਂ ਉਹਨੇ ਗਲਤ ਕਿਹਾ, ਉਹਨੇ ਮਾਫੀ ਵੀ ਮੰਗ ਲਈ ਹੈ, ਹਾਲਾਂਕਿ ਉਹਦੀ ਮਾਫੀ ਹੈ ਗਲਤੀ, ਮੈਂ ਉਸ ਗੱਲ ਤੇ ਨਹੀਂ, ਮੈਂ ਉਸ ਗੱਲ ਤੇ, ਮੇਰੀ ਗੱਲ ਕਲੀਅਰ ਕਰ ਲੂ, ਮੈਂ ਉਸ ਗੱਲ ਤੇ ਨਹੀਂ ਆ ਰਿਹਾ। ਮਗਰ ਉਹੀਓ ਗੱਲ ਜਿਹੜੀ ਉਹਨਾਂ ਨੇ ਕਹੀ ਨਾ, ਸ਼ੰਟੀ ਜੀ ਦੇ ਬੇਟੇ ਨੇ ਕਹੀ, ਉਹੀਓ ਗੱਲ ਕਈ ਗੁਰਦੁਆਰਾ ਕਮੇਟੀ ਦੇ ਸਿਟਿੰਗ ਮੈਂਬਰ ਵੀ ਬੰਦ ਕਮਰਿਆਂ ਦੇ ਅੰਦਰ ਜਦੋਂ ਕਾਉਂਸਲਰ ਦੇ ਇਲੈਕਸ਼ਨ ਲੜਦੇ ਨੇ ਕਹਿੰਦੇ ਨੇ। ਮੈਂ ਕਹਿ ਰਿਹਾ ਇਹ ਅਗਿਆਨਤਾ ਹੈ, ਇਹ ਉਹ ਗਲਤ ਕਹਿੰਦੇ ਨੇ। ਜਿਵੇਂ ਇਹ ਇਸ ਦੀ ਗੱਲ ਬੱਚੇ ਦੀ ਫੜੀ ਗਈ ਹੈ ਤੇ ਉਹਨੇ ਇਮੀਡੀਏਟਲੀ ਹੀ ਐਪੋਲੋਜਾਈਜ਼, ਪਰ ਉਸੇ ਤਰ੍ਹਾਂ ਇਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਏਗਾ। ਪਰ ਮਤਲਬ ਇਹ ਮੈਂ ਫਿਰ ਵੀਡੀਓ ਰਾਈ ਬਾਹਰ ਨਹੀਂ ਆਈ ਤੇ ਉਹ ਸਹੀ ਹੈਗੇ ਨੇ, ਗੱਲ ਬੜੀ ਕਲੀਅਰ ਤੇ ਸਪਸ਼ਟ ਹੈ। ਉਹ ਇਸ ਗੱਲ ਨੂੰ ਸਮਝ ਲੈਣ ਕਿ ਸਿੱਖ ਜਿਹੜਾ ਹੈ ਇਹ ਇੱਕ ਅਲੱਗ ਪੰਥ ਹੈ, ਨਿਰਮਲ ਪੰਥ ਹੈ, ਮਜ਼ਹਬ ਹੈ। ਧਰਮ ਤਾਂ ਪੂਰੀ ਯੂਨੀਵਰਸ ਦਾ ਇੱਕ ਹੀ ਹੁੰਦਾ ਹੈ, ਉਹ ਇੱਕ ਫਿਰ ਬੜੀ ਵੱਡੀ ਬਹਿਸ ਹੋ ਜਾਏਗੀ ਧਰਮ ਦੇ ਉੱਤੇ। ਤਾਂ ਧਰਮ ਤਾਂ ਇੱਕੋ ਹੀ ਹੈ, ਇਹ ਅਲੱਗ-ਅਲੱਗ ਰਸਤੇ ਨੇ ਉਸ ਮੰਜ਼ਲ ਤੱਕ ਪਹੁੰਚਣ ਲਈ। ਹਿੰਦੂ ਜਿਹੜਾ ਧਰਮ ਹੈ, ਹਿੰਦੂ ਮਜ਼ਹਬ ਹੈ, ਜੈਨਿਜ਼ਮ ਹੈ, ਬੁੱਧਿਜ਼ਮ ਹੈ, ਇਸੇ ਤਰ੍ਹਾਂ ਕ੍ਰਿਸਚੈਨਿਟੀ ਹੈ, ਇਸਲਾਮ ਹੈ, ਜੁਡਿਜ਼ਮ ਹੈ, ਇਹ ਸਾਰੇ ਅਲੱਗ-ਅਲੱਗ ਜਿਹੜੇ ਨੇ ਮਜ਼ਹਬ ਨੇ। ਧਰਮ ਤਾਂ ਯੂਨੀਵਰਸ ਦਾ ਇੱਕੋ ਹੀ ਹੈ। ਉਹ ਧਰਮ ਦੀ ਪਰਿਭਾਸ਼ਾ ਗੁਰੂ ਨਾਨਕ ਨੇ ਬੜੀ ਅੱਛੀ ਬਾਣੀ ਦਿੱਤੀ ਹੈ। ਮੈਂ ਫਿਰ ਕਹਿ ਦੇਵਾਂ ਕਿ ਇੱਕ ਪੂਰਾ ਅੱਧੇ ਪੌਣੇ ਘੰਟੇ ਦਾ ਕਿਸੇ ਦਿਨ ਐਪੀਸੋਡ ਕਰੋ, ਉਹਦੇ ਉੱਤੇ ਵੀ ਆਪਾਂ ਗੱਲ ਕਰ ਲਵਾਂਗੇ। ਮੈਂ ਉਸ ਤੇ ਵੀ ਗੱਲ ਕਰਾਂਗਾ, ਮਗਰ ਲਾਸਟ ਕੁਐਸਚਨ ਮੈਂ ਕਰਕੇ ਅੱਜ ਤੁਹਾਨੂੰ ਸਮਾਪਤੀ ਕਰਦਾ ਇਸ ਪ੍ਰੋਗਰਾਮ ਦੀ। ਗੁਰਦੁਆਰਾ ਕਮੇਟੀ ਜਿਸ ਤਰੀਕੇ ਨਾਲ ਧਰਮ ਪ੍ਰਚਾਰ ਕਰ ਰਹੀ ਹੈ, ਕਿ ਲੱਗਦਾ ਹੈ ਕਿ ਇਹੋ ਜਿਹੀ ਗਲਤੀਆਂ ਅੱਗੇ ਨਹੀਂ ਹੋਣਗੀਆਂ? ਨਹੀਂ, ਮੈਂ ਇਸ ਦਾ ਕਿਵੇਂ ਜਵਾਬ ਦੇ ਸਕਦਾ? ਜਿਹੜੇ ਲੋਕ ਜਿਨ੍ਹਾਂ ਨੂੰ ਕੋਈ ਇਲਮ ਨਹੀਂ ਹੈ ਔਰ ਉਹ ਉਸ ਬਾਰੇ ਗੱਲ ਕਰਨਗੇ ਜਿਸ ਬਾਰੇ ਉਹਨਾਂ ਨੇ ਨਾ ਪੜ੍ਹਿਆ ਤੇ ਨਾ ਕੋਈ ਕਦੀ ਕਿਤੇ ਤੇ ਸਟੱਡੀ ਕੀਤੀ ਹੈ, ਤਾਂ 100% ਕਿਵੇਂ ਮੈਂ ਕਹਿ ਸਕਦਾ ਉਹ ਗਲਤੀਆਂ ਨਹੀਂ ਕਰਨਗੇ। ਮੈਂ ਤਾਂ ਇਹੀ ਤੁਹਾਡੇ ਰਾਹੀਂ ਉਹਨਾਂ ਤੱਕ ਵੀ ਇਹ ਸੁਨੇਹਾ ਪਹੁੰਚਾਉਣਾ ਚਾਹੁੰਦਾ ਕਿ ਜਦੋਂ ਵੀ ਕਦੀ ਗੁਰਸਿੱਖ ਇਤਿਹਾਸ ਦੀ ਜਾਂ ਗੁਰਦੁਆਰੇ ਨਾਲ ਸੰਬੰਧਿਤ ਕਿਸੇ ਵੀ ਗੱਲ ਦੀ ਜਦੋਂ ਵੀ ਤੁਸੀਂ ਪਬਲਿਕਲੀ ਗੱਲ ਕਰੋ, ਤੁਹਾਨੂੰ ਪੂਰੀ ਤਰ੍ਹਾਂ ਉਹਦਾ ਇਲਮ ਹੋਣਾ ਚਾਹੀਦਾ ਔਰ ਸਟੱਡੀ ਹੋਣੀ ਚਾਹੀਦੀ ਹੈ। ऐसे हरिंदरपाल सिंह जी जिन्होंने अपने विचार रखे। देखते रहो वॉइस ऑफ इंडिया।